सत श्री अकाल, स्वागत है पीटीसी न्यूज़ देख रहे हो तुसी। मैं गुरप्रीत सिंह ते अज बड़ा भखदा मसला वो खबर जिसने पूरे हिंदुस्तान दे विच एक चर्चा छेड़ दी है कि बैंक पहुंच तो बाहर हो जाएंगे। बैंकों ने इकोदम सरचार्जिज पेनल्टीज जड़ियां ने वो वधा दित्तियां ने। हुण तुहानूं अपने ही पैसे बैंक दे विच रखण लई जां बैंक दे विचों कढाउण दे लई कुछ पैसे खर्च करने पैणगे, पैसे देने भी पैणगे बैंक नूं ते उस तो बाद भी तुहाडी जेब हल्की की जाएगी। पहलां इह समझदे असल दे विच की चार्जिज ने, की पेनल्टीज ने जिहड़ियां बैंक दे वल्लों लगाईआं गईआं ने, फिर इस चर्चा नूं शुरू करांगे। बैंकिंग सिस्टम दिन ब दिन महंगा हो रहा है, पर इस दे पिछे बैंकां अपनी एक मजबूरी दसदियां ने। मुल्क 'च बैंकां दी पतली हालत तो वैसे तो सब जाणू ने, क्योंकि देश 'च कर्जियां ते लगण वाला ब्याज 8.65% है, जदों कि मिलन वाला ब्याज 8.1%। बैंकां दा तर्क है कि इन्ने घट मुनाफे 'च बैंक किवें चल सकते ने, खर्चे पूरे नहीं हुंदे, लिहाजा बैंकां ने सरचार्ज ते पेनल्टियां वधाए ने। जरा एक नजर मारदे हां देश दे बैंकिंग इतिहास दौरान मिले ब्याज ते। 1986 तो लैके 2000 तक करीब 14 साल बैंकां ने लोकां नूं 10 तो 12% दे विचकार ब्याज दिता। अगला एक साल यह फीसद 11 ते आया। 2001 तो लैके 2002 तक यह फीसद 9 ते 10 दे विचकार रहा। 2002 तो 2003 तक मिलन वाला ब्याज 9% सी। 2003 तो लैके 2011 तक बैंकां वालों मिलन वाला ब्याज करीब 8% रहा। 2011 च सरकार ने वादा किया ते ब्याज दर 8.6% रही। 2012-13 विच मामूली फर्क आया ते ब्याज दरां 8.8% ते रहियां। 2013 तो लैके 16 तक यह दर करीब 8.7% रही ते मौजूदा समय च PFF दी ब्याज दर 8.1 ते है। पर सरचार्ज इन्ने ज्यादा हो गए ने कि लोग परेशान ने। बैंकां दे अपने तर्क ने, पर लोकां दीयां परेशानियां अपणियां ने। तो ये तुहाडे सामने जो एक इतिहासक पक्ष असीं दिखाउण दी कोशिश की है। हिस्टरी दे विच दरअसल है कि बैंकिंग सिस्टम दे विच ब्याज कदों कदों किन्ने किन्ने रहे ने। साडे नाल इस वक्त खास मेहमान जुड़े हुए ने डॉक्टर जसविंदर सिंह, प्रिंसीपल ने गुरु तेग बहादुर खालसा कॉलेज दे, अर्थशास्त्री ने, अर्थ मामलिਆਂ ਦੇ ਮਾਹਰ ਨੇ, ਅਰਥਚਾਰੇ ਦੇ ਮਾਹਰ ਨੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਦੇਸ਼ ਦੇ ਵਿੱਚ ਬੈਂਕਾਂ ਰੋਣਾ ਰੋਂਦੀਆਂ ਪੈਸੇ ਖਤਮ ਹੋਣ ਦਾ, ਪੈਸੇ ਨਹੀਂ ਹੈਗੇ, ਤਾਂ ਇੱਕੋ ਦਮ ਇਹ ਚਾਰजेस ਵਧਾ ਦੇਣੇ, ਉਹਦੇ ਨਾਲ ਲੋਕ ਵੀ ਹੁਣ ਰੋਣਾ ਰੋ ਰਹੇ ਆ। ਸਹੀ ਕੌਣ ਲੱਗਦਾ ਤੁਹਾਨੂੰ ਇਸ ਮਾਮਲੇ ਦੇ ਵਿੱਚ? देखो ਜਿਹੜੇ ਗਵਰਨਮੈਂਟ ਨੇ ਡੀਮੋਨੇਟਾਈਜੇਸ਼ਨ ਦੀ ਪ੍ਰੋਸੈਸ ਕੀਤੀ ਸੀ, ਔਰ ਉਸ ਤੋਂ ਪਹਿਲੇ ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਆਧਾਰ ਕਾਰਡ ਦੇ ਬੇਸ ਦੇ ਉੱਪਰ ਜ਼ੀਰੋ ਬੈਲੈਂਸ ਅਕਾਊਂਟ ਖੋਲ੍ਹੇ ਗਏ ਸੀ, ਉਹਨਾਂ ਦਾ ਮੇਨ ਮੁੱਦਾ ਇਹ ਸੀ ਕਿ ਅਸੀਂ ਕਿਸੇ ਤਰੀਕੇ ਨਾਲ ਜਿਹੜੀ ਹੈ ਉਹ ਕੈਸ਼ਲੈਸ ਟ੍ਰਾਂਜੈਕਸ਼ਨਸ ਕਰੀਏ, ਚਾਹੇ ਉਹ ਇੱਕ ਆਮ ਆਦਮੀ ਕਰਦਾ ਹੈ ਜਾਂ ਉਹ ਕੋਈ ਕਮਰਸ਼ੀਅਲ ਅੰਡਰਟੇਕਿੰਗ ਕਰਦੀ ਹੈ ਜਾਂ ਬੈਂਕ ਕਰਦੇ ਨੇ। ਤੇ ਉਸ ਅਗਰ ਅਸੀਂ ਉਹਨਾਂ ਮੁੱਦਿਆਂ ਨੂੰ ਦੇਖੀਏ ਤਾਂ ਅਜੇ ਜਿਹੜਾ ਹੈ ਬੈਂਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਕਿ ਉਹ ਇੰਨੀਆਂ ਜ਼ਿਆਦਾ ਜਿਹੜਾ ਨਾ ਉਹ ਚਾਰजेस ਕਰਨ ਕਿ ਇੱਕ 25,000 ਦੀ ਟ੍ਰਾਂਜੈਕਸ਼ਨ ਤੋਂ ਬਾਅਦ ਇੱਕ ਦਿਨ ਦੇ ਵਿੱਚ ਅਗਰ ਕਿਸੇ ਦਾ ਕਰੰਟ ਅਕਾਊਂਟ 25,000 ਦਾ ਹੈ ਔਰ ਅਗਰ ਉਸ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਹੁੰਦੀ ਹੈ ਤਾਂ ਉਹ ਉਹਦੇ ਉੱਪਰ ਜਿਹੜਾ ਹੈ ਉਹ ਚਾਰਜ ਕੀਤਾ ਜਾਏ। ਜਾਂ ਇੱਕ ਮਹੀਨੇ ਦੇ ਵਿੱਚ ਅਗਰ 3 ਟ੍ਰਾਂਜੈਕਸ਼ਨਸ ਕੋਈ ਕੈਸ਼ ਟ੍ਰਾਂਜੈਕਸ਼ਨਸ ਕਰਦਾ, ਹੁਣ ਆਮ ਆਦਮੀ ਹੈ, ਉਹਨੇ ਤੇ ਪੈਸਾ ਆਪਣਾ ਕਮਾ ਕੇ ਚਾਹੇ ਪਰਚੂਨ ਦੇ ਵਿੱਚੋਂ ਕਮਾਉਣਾ ਜਾਂ ਉਹਨੇ ਨੌਕਰੀ ਦੇ ਵਿੱਚੋਂ ਕਮਾਉਣਾ, ਤੇ ਉਹਨੇ ਤੇ ਬੈਂਕ ਦੇ ਵਿੱਚ ਹੀ ਜਮ੍ਹਾਂ ਕਰਵਾਉਣਾ, ਤੇ ਉਹਦੀਆਂ ਨੈਚੁਰਲੀ ਉਹਦੀਆਂ ਜਿਹੜੀਆਂ ਆਮ ਟ੍ਰਾਂਜੈਕਸ਼ਨਸ ਨੇ ਬੈਂਕ ਦੇ ਵਿੱਚੋਂ ਕਢਾਉਣ ਦੀਆਂ ਜਾਂ ਪੈਸਾ ਜਮ੍ਹਾਂ ਕਰਵਾਉਣ ਦੀਆਂ, ਉਹ ਇੱਕ ਆਰਡੀਨਰੀ ਆਦਮੀ ਦੀਆਂ 30-40 ਟ੍ਰਾਂਜੈਕਸ਼ਨਸ ਹੋ ਜਾਂਦੀਆਂ। ਬਿਲਕੁਲ ਬਿਲਕੁਲ। ਤੇ ਅਗਰ ਇਸ ਤਰੀਕੇ ਦੇ ਨਾਲ ਬੈਂਕ ਕਰਨਗੇ ਤੇ ਇਹ ਜਿਹੜੀ ਸਾਡਾ ਆਬਜੈਕਟਿਵ ਹੈ, ਮੇਨ ਮੁੱਦਾ ਸੀ ਕੈਸ਼ਲੈਸ ਸਿਸਟਮ ਬਣਾਉਣ ਦਾ, ਇਹ ਉਹਦੇ ਵਿਰੋਧ ਦੇ ਵਿੱਚ ਜਾਂਦਾ ਹੈ। ਔਰ ਅਜੇ ਇਹ ਸਰਕਾਰ ਨੂੰ ਜਿਹੜੀ ਇਹਦੀ ਖਾਸ ਪਾਲਿਸੀ ਜਿਹੜੀ ਹੈ ਉਹ ਕੋਈ ਤੈਅ ਨਹੀਂ ਹੋਈ। ਇਸ ਕਰਕੇ ਮੈਨੂੰ ਲੱਗਦਾ ਕਿ ਅਜੇ ਬੈਂਕਸ ਨੂੰ ਸਾਨੂੰ ਰੈਗੂਲੇਟ ਕਰਨ ਦੀ ਜ਼ਰੂਰਤ ਹੈ। ਅੱਛਾ, ਤੁਹਾਨੂੰ ਇਹ ਵੀ ਲੱਗਦਾ ਕਿਤੇ ਇਹ ਖਤਰਾ ਨਹੀਂ ਨਜ਼ਰ ਆ ਰਿਹਾ? ਬਹੁਤ ਸਾਰੇ ਲੋਕ ਇਹ ਖਤਰਾ ਉਠਾ ਰਹੇ ਆ, ਇਸ ਚੀਜ਼ ਤੇ ਉਂਗਲ ਚੁੱਕ ਰਹੇ ਆ, ਸ਼ੱਕ ਜਤਾ ਰਹੇ ਆ ਕਿ ਬੈਂਕਾਂ ਹੌਲੀ ਹੌਲੀ ਆਮ ਆਦਮੀ ਦੀ ਪਹੁੰਚ ਤੋਂ ਨਾ ਸਿਰਫ ਬਾਹਰ ਹੋ ਜਾਣਗੀਆਂ, ਬਲਕਿ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਬੈਂਕਿੰਗ ਤੇ ਉਹ ਘਟ ਜਾਏਗਾ। ਨਹੀਂ, ਇੱਕ ਪਾਸੇ ਤੇ ਅਗਰ ਅਸੀਂ ਕੈਸ਼ਲੈਸ ਦੀ ਗੱਲ ਕਰਨੀ ਆ ਔਰ ਪੈਸਾ ਤਾਂ ਸਾਨੂੰ ਬੈਂਕ ਵਿੱਚ ਹੀ ਰੱਖਣਾ ਪੈਣਾ, ਹੋਰ ਸਾਡੇ ਕੋਲ ਕੋਈ ਸਿਸਟਮ ਹੈ ਨਹੀਂ। ਬੈਂਕ ਦੇ ਵਿੱਚ 2-3 ਕਿਸਮ ਦੇ ਸਾਡੇ ਕੋਲ ਅਕਾਊਂਟਸ ਹੁੰਦੇ ਨੇ, ਜਿਹਨੂੰ ਅਸੀਂ ਸੇਵਿੰਗ ਡਿਪੋਜ਼ਿਟਸ ਕਹਿੰਦੇ ਆ ਜਾਂ ਫਿਰ ਅਸੀਂ ਫਿਕਸਡ ਡਿਪੋਜ਼ਿਟਸ ਕਹਿੰਦੇ ਆ, ਔਰ ਇੱਕ ਕਰੰਟ ਟ੍ਰਾਂਜੈਕਸ਼ਨਸ ਦਾ ਜਾਂ ਕਰੰਟ ਅਕਾਊਂਟ ਹੈ। ਕਰੰਟ ਅਕਾਊਂਟ ਆਮ ਤੌਰ ਤੇ ਜਿਨ੍ਹਾਂ ਬੰਦਿਆਂ ਦੀਆਂ ਟ੍ਰਾਂਜੈਕਸ਼ਨਸ ਲੰਬੀਆਂ ਚੌੜੀਆਂ ਨੇ ਉਹ ਰੱਖਦੇ ਨੇ। ਆਮ ਆਦਮੀ ਆਪਣਾ ਪੈਸਾ ਸੇਵਿੰਗ ਅਕਾਊਂਟ ਦੇ ਵਿੱਚ ਰੱਖਦਾ ਜਿਹਦੇ ਕੋਲ ਥੋੜੀ ਕਮਾਈ ਹੈ, ਔਰ ਜਿਹੜੇ ਰੈਗੂਲਰ ਜਿਹਨਾਂ ਨੂੰ ਇਨਕਮ ਮਿਲਦੀ ਹੈ ਉਹ ਆਪਣੇ ਕੁਝ ਕੈਸ਼ ਡਿਪੋਜ਼ਿਟਸ ਜਿਹੜੇ ਨੇ ਉਹਨੂੰ ਅਸੀਂ ਫਿਕਸਡ ਡਿਪੋਜ਼ਿਟਸ ਕਹਿ ਦਿੰਦੇ ਆ,
ਉਹਦੇ ਵਿੱਚ ਰੱਖਦੇ ਨੇ, ਉਹ ਬੈਂਕਾਂ ਨੂੰ ਇਹਦੇ ਵਿੱਚੋਂ ਇੱਕ ਵੱਡੀ ਮੋਟੀ ਕਮਾਈ ਮਹਿਸੂਸ ਹੁੰਦੀ ਹੈ। ਮੰਨ ਲਓ ਕਿ ਅਗਰ ਅਸੀਂ ਅੱਜ 100 ਰੁਪਇਆ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਹਾਂ ਤੇ ਬੈਂਕ ਅਗਰ ਠੀਕ ਤਰੀਕੇ ਨਾਲ ਬਿਜ਼ਨਸ ਕਰੇ ਤੇ ਉਹ 100 ਰੁਪਏ ਦੇ ਉੱਤੇ 1000 ਰੁਪਏ ਦਾ ਲੋਨ ਬੈਂਕ ਦੇ ਸਕਦਾ ਹੈ। ਅਗਰ ਸਾਡੀ ਕੈਸ਼ ਰਿਜ਼ਰਵ ਰੇਸ਼ੋ 10% ਹੈ, ਅਗਰ ਅਸੀਂ ਬਾਕੀ ਆਪਣੀਆਂ ਡਿਪੋਜ਼ਿਟਸ ਲਾਇਬਿਲਿਟੀਜ਼ ਨੂੰ ਦੇਖਦੇ ਹਾਂ ਤੇ ਬੈਂਕ 100 ਰੁਪਇਆ ਲੋਕਾਂ ਦੇ ਕੋਲੋਂ ਲੈ ਕੇ ਉਹਦਾ 1000 ਰੁਪਏ ਦਾ ਲੋਨ ਦਿੰਦਾ, ਖਾਲੀ 100 ਰੁਪਏ ਦਾ ਲੋਨ ਨਹੀਂ ਦਿੰਦਾ। ਤੇ ਇੱਕ ਪਾਸੇ ਤੇ ਇਹ ਕਿ ਬੈਂਕ ਜਿਹੜਾ ਚਾਰਜ ਕਰਦਾ ਰੇਟ ਆਫ ਇੰਟਰਸਟ ਉਹ ਬਹੁਤ ਜ਼ਿਆਦਾ ਹੁੰਦਾ ਹੈ, ਔਰ ਜਿਹੜਾ ਬੈਂਕ 100 ਰੁਪਏ ਵਾਲੇ ਨੂੰ ਵਾਪਸ ਦੇ ਰਿਹਾ ਉਹ ਸਿਰਫ 8 ਜਾਂ ਜਿੱਦਾਂ ਤੁਸੀਂ ਹੁਣ ਆਪਣੇ ਗ੍ਰਾਫਿਕਸ ਦੱਸਿਆ ਵੀ ਹੈ ਕਿ 8.1% ਦੇ ਆਸ-ਪਾਸ ਹੈ। ਤੋ ਬੈਂਕ ਦੇ ਕੋਲ ਲੋਨ ਜਦੋਂ ਕਰਦਾ ਉਹਦੀ ਸਭ ਤੋਂ ਵੱਡਾ ਜਿਹੜਾ ਕੰਮ ਬੈਂਕ ਦਾ ਕੰਮ ਹੈ ਉਹ ਹੈ ਲੋਕਾਂ ਨੂੰ ਲੋਨ ਦੇਣਾ ਜਾਂ ਲੋਕਾਂ ਦੀਆਂ ਕੈਸ਼ ਰਿਕੁਆਇਰਮੈਂਟਸ ਨੂੰ ਪੂਰਾ ਕਰਨਾ। ਔਰ ਅਗਰ ਇਹ ਦੋਨੋਂ ਚੀਜ਼ਾਂ ਬੈਂਕ ਇਮਾਨਦਾਰੀ ਨਾਲ ਕਰੇ ਤੇ ਮੈਨੂੰ ਲੱਗਦਾ ਹੈ ਕਿ ਲੋਨਸ ਦੇ ਵਿੱਚੋਂ ਹੀ ਉਹਨੂੰ ਕਾਫੀ ਪੈਸਾ ਮਿਲ ਸਕਦਾ ਹੈ। ਔਰ ਜਿਹੜਾ ਬੈਂਕ ਅਗਰ ਕੋਈ ਬੈਂਕ ਇਹ ਦਲੀਲ ਦਿੰਦਾ ਹੈ ਕਿ ਨਹੀਂ ਜੀ ਸਾਡੇ ਕੋਲ ਜਿਹੜਾ ਉਹਨਾਂ ਪੈਸਾ ਨਹੀਂ ਹੈ, ਅਸੀਂ ਟ੍ਰਾਂਜੈਕਸ਼ਨ ਸਾਡੀਆਂ ਜ਼ਿਆਦਾ ਨੇ ਜਿਸ ਕਰਕੇ ਅਸੀਂ ਚਾਰਜ ਕਰਨੇ ਆ, ਤੇ ਇਹ ਗਵਰਨਮੈਂਟ ਦੇ ਆਬਜੈਕਟਿਵਸ ਤੋਂ ਬਿਲਕੁਲ ਇਹ ਗੱਲ ਉਲਟ ਹੈ। ਔਰ ਬੈਂਕ ਦੀ ਸਭ ਤੋਂ ਜਿਹੜਾ ਵੱਡਾ ਲਾਸ ਹੁੰਦਾ ਉਹ ਹੈ ਕਿ ਲੋਕ ਲੋਨ ਲੈ ਲੈਂਦੇ ਨੇ, ਪੈਸਾ ਵਾਪਸ ਨਹੀਂ ਦਿੰਦੇ। ਉਹਦੇ ਵਿੱਚ ਕਈ ਵਾਰੀ ਬੈਂਕ ਆਫੀਸ਼ੀਅਲਸ ਦੀ ਕ੍ਰਾਈਮ ਇਸ ਵੀ ਸਾਹਮਣੇ ਆਈ ਹੈ ਕਿ ਅਸੀਂ ਜਦੋਂ ਲੋਨ ਸੈਂਕਸ਼ਨ ਕਰਨੇ ਆ ਐਜ਼ ਅ ਬੈਂਕਰ ਤੇ ਅਸੀਂ ਪਾਰਟੀ ਦੀ ਜਿਹੜੀ ਕ੍ਰੈਡਿਟ ਵਰਦੀਨੈਸ ਹੈ ਉਹਨੂੰ ਪ੍ਰੋਪਰਲੀ ਅਸੈਸ ਨਹੀਂ ਕਰਦੇ। ਇਹ ਸਾਰੀਆਂ ਚੀਜ਼ਾਂ ਅਗਰ ਬੈਂਕ ਹੁਣ ਦੇਖੋ ਉਹਨਾਂ ਦੇ ਕੋਲ ਬਹੁਤ ਵੱਡਾ ਕੈਸ਼ ਬੇਸ ਹੈ, ਔਰ ਕੈਸ਼ ਬੇਸ ਦੇ ਨਾਲ ਬੈਂਕ ਦੀ ਸਭ ਤੋਂ ਵੱਡੀ ਕੰਸਰਨ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਲਾਸ ਮੇਕਿੰਗ ਏਰੀਆਜ਼ ਨੇ, ਜਿਸ ਤਰ੍ਹਾਂ ਕਿਸਾਨ ਵਿਚਾਰੇ ਖੁਦਕਸ਼ੀਆਂ ਕਰ ਰਹੇ ਨੇ, ਸੁਪਰੀਮ ਕੋਰਟ ਨੇ ਵੀ ਇਹਦੀ ਗੱਲ ਕੀਤੀ ਹੈ, ਔਰ ਸਾਡੇ ਸਮਾਲ ਸਕੇਲ ਇੰਡਸਟਰੀ ਹੈ ਉਹ ਬੰਦ ਹੋਈ ਜਾ ਰਹੇ ਨੇ, ਚਾਈਨਾ ਦੇ ਵਿੱਚੋਂ ਬਹੁਤ ਸਾਰਾ ਪ੍ਰੋਡਕਸ਼ਨ ਆ ਕੇ ਉਹਨਾਂ ਨੂੰ ਵਾਈਪ ਆਊਟ ਕਰ ਰਿਹਾ। ਤੇ ਇਹਨਾਂ ਏਰੀਆਜ਼ ਨੂੰ ਜਿਹੜੇ ਪ੍ਰਾਇੋਰਟੀ ਏਰੀਆ ਸਾਡੇ ਹੋਣ, ਬੈਂਕਾਂ ਨੂੰ ਚਾਹੀਦਾ ਕਿ ਇਹਨਾਂ ਸੈਕਟਰਸ ਨੂੰ ਲੋਨ ਦੇ ਔਰ ਗਵਰਨਮੈਂਟ ਦੀ ਪਾਲਿਸੀ ਦੇ ਤਹਿਤ ਦੇ, ਔਰ ਗਵਰਨਮੈਂਟ ਇਹਨਾਂ ਸੈਕਟਰਸ ਦੇ ਵਿੱਚ ਇੰਪਲੋਇਮੈਂਟ ਨੂੰ ਰਿਵਾਈਵ ਕਰਨ ਵਾਸਤੇ ਇੱਕ ਸਬਸਿਡੀ ਦੀ ਸਕੀਮ ਵੀ ਅਨਾਉਂਸ ਕਰੇ, ਨਾ ਕਿ ਇਹਨਾਂ ਛੋਟੇ-ਛੋਟੇ। ਪਰ ਇਹ ਤਾਂ ਜਦੋਂ ਤੋਂ ਡਿਮੋਨੇਟਾਈਜੇਸ਼ਨ ਸ਼ੁਰੂ ਹੋਈ ਹੈ, ਜਦੋਂ ਤੋਂ ਡਿਮੋਨੇਟਾਈਜੇਸ਼ਨ ਆਪਾਂ ਦੇਖੀਏ, ਸਮਾਲ ਸਕੇਲ ਇੰਡਸਟਰੀ ਹੋਵੇ ਚਾਹੇ ਹੋਰ ਜਿਹੜੇ ਛੋਟੇ ਪੱਧਰ ਦੇ ਕੰਮ ਹੈਗੇ, ਉਹ ਤਾਂ ਡੁੱਬੇ ਆ, ਲਗਾਤਾਰ ਡੁੱਬੇ ਆ। ਉਹਨਾਂ ਦੇ ਉੱਤੇ ਬਹੁਤ ਬੁਰਾ ਅਸਰ ਪਿਆ ਕਿਉਂਕਿ ਜ਼ਿਆਦਾਤਰ ਉਹਨਾਂ ਦੀਆਂ ਟ੍ਰਾਂਜੈਕਸ਼ਨਸ ਕੈਸ਼ ਦੇ ਵਿੱਚ ਹੁੰਦੀਆਂ ਨੇ। ਉਹਨਾਂ ਨੇ ਡੇਲੀ ਛੋਟੇ-ਛੋਟੇ ਚੀਜ਼ਾਂ ਨੂੰ ਖਰੀਦ ਕੇ ਉਹਨਾਂ ਦੀ ਪੇਮੈਂਟ ਕਰਨੀ ਹੁੰਦੀ ਸੀ। ਸਰ ਇੱਕ ਮਿੰਟ ਲਈ ਤੁਹਾਨੂੰ ਰੋਕਾਂਗੇ, ਜਿਹੜੀਆਂ ਤੁਸੀਂ ਸਾਰੀਆਂ ਗੱਲਾਂ ਕਰ ਰਹੇ ਹੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਰਿਪੋਰਟ ਦੇਖਦੇ ਹਾਂ, ਦਰਅਸਲ ਬੈਂਕਸ ਜਾਂ ਬੈਂਕਾਂ ਨੇ ਜਿਹੜੀਆਂ ਹੁਣ ਤੁਹਾਡੀ ਜੇਬ ਦੇ ਵਿੱਚੋਂ ਕਿੰਨੇ ਪੈਸੇ ਕਿਸ ਤਰੀਕੇ ਦੇ ਨਾਲ ਕੱਢਣਗੀਆਂ, ਪਹਿਲਾਂ ਇਹ ਸਮਝੋ। ਬੈਂਕਾਂ ਵੱਲੋਂ ਅਲੱਗ-ਅਲੱਗ ਸੇਵਾਵਾਂ ਤੇ ਨਵੇਂ-ਨਵੇਂ ਚਾਰਜ ਲਾਉਣ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਨੇ। ਕੁਝ ਬੈਂਕਾਂ ਨੇ 3 ਵਾਰ ਤੋਂ ਜ਼ਿਆਦਾ ਨਕਦੀ ਕੱਢਣ ਤੇ 150 ਰੁਪਏ ਤੱਕ ਚਾਰਜ ਵਸੂਲਣ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਆਪਣੇ ਖਾਤੇ ਵਿੱਚ ਘੱਟੋ-ਘੱਟ ਬੈਲੈਂਸ ਨਾ ਰੱਖਣ ਤੇ 50 ਤੋਂ 100 ਰੁਪਏ ਪ੍ਰਤੀ ਮਹੀਨਾ ਚਾਰਜ ਵਸੂਲ ਕੀਤਾ ਜਾਏਗਾ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਇਸ ਮਹੀਨੇ ਜੋ ਐਲਾਨ ਕੀਤੇ ਨੇ ਉਸ ਨਾਲ ਗਾਹਕਾਂ ਤੇ ਭਾਰੀ ਬੋਝ ਪੈਣਾ ਤੈਅ ਹੈ। SBI ਦਾ ਐਲਾਨ ਹੈ ਬੈਂਕ ਤੋਂ 3 ਵਾਰ ਤੋਂ ਵੱਧ ਕੈਸ਼ ਕੱਢਣ ਤੇ ਹਰ ਵਾਰ 150 ਰੁਪਏ ਦੇਣੇ ਪੈਣਗੇ। ਆਪਣੇ ਖਾਤੇ ਵਿੱਚ ਘੱਟੋ-ਘੱਟ ਬੈਲੈਂਸ ਨਾ ਰੱਖਣ ਤੇ 50 ਤੋਂ 100 ਰੁਪਏ ਮਹੀਨਾ ਚਾਰਜ ਲੱਗੇਗਾ। 3 ਵਾਰ ਤੋਂ ਜ਼ਿਆਦਾ ਕੈਸ਼ ਜਮ੍ਹਾਂ ਕਰਨ ਤੇ ਹਰ ਵਾਰ 50 ਰੁਪਏ ਤੇ ਸਰਵਿਸ ਟੈਕਸ ਅਲੱਗ ਤੋਂ ਦੇਣਾ ਹੋਏਗਾ। SBI ਦੇ ਮੁਤਾਬਕ ਪੇਂਡੂ ਖੇਤਰਾਂ 'ਚ ਮਿਨੀਮਮ ਬੈਲੈਂਸ 1000 ਰੁਪਏ ਤੇ ਮੈਟਰੋ ਸ਼ਹਿਰਾਂ 'ਚ 5000 ਰੁਪਏ ਤੈਅ ਕੀਤਾ ਗਿਆ ਹੈ। ਇਸ ਪੈਨਲਟੀ ਨਾਲ ਭਾਰਤ ਸਰਕਾਰ ਦੀਆਂ ਕਈ ਯੋਜਨਾਵਾਂ ਨੂੰ ਧੱਕਾ ਪਹੁੰਚਣਾ ਤੈਅ ਹੈ। ਸਰਕਾਰ ਨੇ ਜ਼ੀਰੋ ਬੈਲੈਂਸ ਵਰਗੇ ਖਾਤੇ ਖੋਲੇ ਸੀ, ਹੁਣ ਇਹ ਯੋਜਨਾ ਖਤਮ ਹੋ ਜਾਏਗੀ। SBI ਨੇ ਨਕਦ ਨਿਕਾਸੀ ਤੇ ਟ੍ਰਾਂਜੈਕਸ਼ਨ ਚਾਰਜ ਲਾਗੂ ਕਰ ਦਿੱਤਾ ਹੈ, ਜਦੋਂ ਕਿ ਬਾਕੀ ਚਾਰਜ 1 ਅਪ੍ਰੈਲ ਤੋਂ ਸ਼ੁਰੂ ਹੋਣਗੇ। ਇਸੇ ਤਰ੍ਹਾਂ ਕਈ ਪ੍ਰਾਈਵੇਟ ਤੇ ਦੂਜੇ ਸਰਕਾਰੀ ਬੈਂਕਾਂ ਨੇ ਵੀ ਆਪਣੇ ਚਾਰਜ ਤੇ ਪੈਨਲਟੀ ਤੈਅ ਕਰ ਦਿੱਤੇ ਨੇ। ਪਰ ਬੈਂਕਾਂ ਦੇ ਇਸ ਕਦਮ ਨੂੰ ਲੈ ਕੇ ਮਾਹਿਰ ਅਰਥ ਸ਼ਾਸਤਰੀ ਚਿੰਤਤ ਨੇ। ਕਈ ਲੋਕਾਂ ਨੇ ਸਿੱਧੇ ਇਸ ਦੇ ਗੰਭੀਰ ਸਿੱਟੇ ਸਾਹਮਣੇ ਆਉਣ ਦੀ ਚੇਤਾਵਨੀ ਤੱਕ ਦਿੱਤੀ ਹੈ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਸ ਸਿਸਟਮ ਦੇ ਨਾਲ ਲੋਕਾਂ ਦਾ ਬੈਂਕਿੰਗ ਤੇ ਵਿਸ਼ਵਾਸ ਘਟ ਜਾਏਗਾ। ਤਾਂ ਕੁੱਲ ਮਿਲਾ ਕੇ ਨੀਤੀਆਂ ਦਾ ਲੱਭੋ ਲੁਆਬ ਹੈ ਜਿਹੜਾ ਉਹ ਇਹ ਨਿਕਲ ਕੇ ਆ ਰਿਹਾ। ਬਹੁਤ ਸਾਰੇ ਲੋਕ ਇਸ ਦੇ ਵਿਰੋਧ 'ਚ ਨੇ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਬੈਂਕਾਂ ਕੁਛ ਮਨਮਾਨੀ ਕਰ ਰਹੀਆਂ ਨੇ। ਬੈਂਕਾਂ ਦਾ ਜਿਹੜਾ ਵਿਸ਼ਵਾਸ ਹੈ, ਜੋ ਸਾਖ ਹੈ ਲੋਕਾਂ ਦੇ ਵਿੱਚ,
ਉਹ ਕਟੇਗੀ। ਇੱਕ ਬ੍ਰੇਕ ਦੇ ਲਈ ਇੱਥੇ ਰੁਕਾਂਗੇ, ਬ੍ਰੇਕ ਤੋਂ ਬਾਅਦ ਵੀ ਇਹ ਚਰਚਾ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਚੰਡੀਗੜ੍ਹ ਤੋਂ ਸਾਡੇ ਨਾਲ ਮਨਜੀਤ ਸਿੰਘ ਸਾਰੰਗ ਜੁੜਨਗੇ, ਜਿਹੜੇ ਡਾਇਰੈਕਟਰ ਨੇ ਪੰਜਾਬ ਐਂਡ ਸਿੰਧ ਬੈਂਕ ਦੇ, ਤੇ ਡਾਕਟਰ ਜਸਵਿੰਦਰ ਸਿੰਘ ਸਾਡੇ ਨਾਲ ਬਣੇ ਹੋਏ ਨੇ। ਇੱਕ ਬ੍ਰੇਕ ਲੈਣੇ ਆ। ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਬੈਂਕ ਪਹੁੰਚ ਤੋਂ ਬਾਹਰ ਇਸੇ ਮੁੱਦੇ ਤੇ ਅੱਜ ਗੱਲਬਾਤ ਚੱਲ ਰਹੀ ਹੈ ਕਿ ਬੈਂਕਾਂ ਦੇ ਨਵੇਂ ਸਰਚਾਰਜ ਪਾਲਿਸੀ ਤੇ ਨਵੇਂ ਪੈਨਲਟੀਜ਼ ਜਿਹੜੀਆਂ ਇੰਟਰੋਡਿਊਸ ਕਰਤੀਆਂ ਗਈਆਂ ਨੇ ਮਾਰਕੀਟ ਦੇ ਵਿੱਚ, ਉਹਨਾਂ ਦੇ ਆਉਣ ਨਾਲ ਬੈਂਕ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗਾ। ਇਸੇ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਚੰਡੀਗੜ੍ਹ ਤੋਂ ਇਸ ਵਕਤ ਦੋ ਖਾਸ ਮਹਿਮਾਨ ਜੁੜ ਗਏ ਨੇ। ਭਾਵਮੀਤ ਸਿੰਘ ਚੰਡੋਕ ਅਰਥ ਸ਼ਾਸਤਰੀ ਨੇ, ਅਰਥ ਮਾਹਿਰ ਨੇ, ਅਰਥਚਾਰੇ ਦੇ। ਇਸ ਤੋਂ ਇਲਾਵਾ ਮਨਜੀਤ ਸਿੰਘ ਸਾਰੰਗ ਨੇ, ਡਾਇਰੈਕਟਰ ਪੰਜਾਬ ਐਂਡ ਸਿੰਧ ਬੈਂਕ ਦੇ। ਔਰ ਸਾਡੇ ਨਾਲ ਦਿੱਲੀ ਸਟੂਡੀਓ ਦੇ ਵਿੱਚ ਮੇਰੇ ਨਾਲ ਬਣੇ ਹੋਏ ਨੇ ਡਾਕਟਰ ਜਸਵਿੰਦਰ ਸਿੰਘ ਅਰਥ ਸ਼ਾਸਤਰੀ ਨੇ। ਨਾਰੰਗ ਸਾਹਿਬ ਤੁਹਾਡੇ ਕੋਲ, ਸਾਰੰਗ ਸਾਹਿਬ ਤੁਹਾਡੇ ਕੋਲ ਆਉਣਾ ਚਾਹਾਂਗਾ ਕਿਉਂਕਿ ਤੁਸੀਂ ਡਾਇਰੈਕਟਲੀ ਇਸ ਚੀਜ਼ ਦੇ ਨਾਲ ਜੁੜੇ ਹੋਏ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿੰਨੀਆਂ ਜਿਹੜੇ ਸਰਚਾਰਜਸ ਨੇ, ਜਿੰਨੀਆਂ ਪੈਨਲਟੀਜ਼ ਇੰਟਰੋਡਿਊਸ ਕਰਤੀਆਂ ਗਈਆਂ ਨੇ, ਇਹਦਾ ਕੋਈ ਸਹੀ ਮਕੈਨਿਜ਼ਮ ਹੈ? ਚੀਜ਼ਾਂ ਸਾਹਮਣੇ ਸਹੀ ਤਰੀਕੇ ਨਾਲ ਰੱਖੀਆਂ ਗਈਆਂ ਨੇ? ਕਿਉਂਕਿ ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਸਾਹਮਣੇ ਆ ਰਹੀਆਂ ਕਿ ਇਹਦਾ ਜਿਹੜਾ ਵੱਡਾ ਅਸਰ ਹੈ ਉਹ ਤਾਂ ਮਾੜੇ ਤਬਕੇ ਤੇ ਪੈਣਾ। ਤੁਹਾਡਾ ਪਲੈਟੀਨਮ, ਤੁਹਾਡਾ ਪ੍ਰੀਮੀਅਮ ਕਸਟਮਰ ਹੈ ਜਿਹੜਾ, ਉਹ ਤਾਂ ਬਾਹਰ ਹੈ ਇਸ ਚੀਜ਼ ਤੋਂ। ਤੁਹਾਡੀ ਵਾਰ ਤੁਹਾਨੂੰ ਸਾਰੰਗ ਸਾਹਿਬ, ਆਵਾਜ਼ ਨਹੀਂ ਆ ਰਹੀ ਤੁਹਾਡੀ। ਮੇਰੇ ਖਿਆਲ ਸੰਪਰਕ ਹੋ ਨਹੀਂ ਪਾ ਰਿਹਾ ਆਵਾਜ਼ ਦੇ ਵਿੱਚ। ਮਨਜੀਤ ਸਿੰਘ ਸਾਰੰਗ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਹੁਣ ਆ ਰਹੀ ਤੁਹਾਡੀ ਆਵਾਜ਼। ਹਾਂ, ਮੈਂ ਤੁਹਾਡੇ ਤੋਂ ਇਹੀ ਪੁੱਛ ਰਿਹਾ ਸੀ ਵੀ ਕੀ ਬੈਂਕਾਂ ਵੱਲੋਂ ਇਹ ਜਿਹੜੀ ਨਵੀਂ ਪਾਲਿਸੀ ਸਰਚਾਰਜ ਦੀ, ਪੈਨਲਟੀਜ਼ ਦੀ ਇੰਟਰੋਡਿਊਸ ਕੀਤੀ ਗਈ ਹੈ, ਇਹਦਾ ਕੋਈ ਯੂਨੀਵਰਸਲ, ਕੋਈ ਯੂਨੈਨਿਮਸ ਮੈਕੈਨਿਜ਼ਮ ਹੈ ਜਾਂ ਇਹ ਕਿਉਂਕਿ ਚੀਜ਼ਾਂ ਤਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹਦਾ ਜਿਹੜਾ ਜ਼ਿਆਦਾ ਅਸਰ ਹੈ ਉਹ ਤਾਂ ਛੋਟੇ ਤਬਕੇ ਤੇ ਪੈਣ ਵਾਲਾ ਹੈ। ਤੁਹਾਡਾ ਪ੍ਰੀਮੀਅਮ ਕਸਟਮਰ, ਤੁਹਾਡਾ ਪਲੈਟੀਨਮ ਕਸਟਮਰ ਤਾਂ ਇਸ ਚੀਜ਼ ਦੇ ਵਿੱਚੋਂ ਆਲਰੇਡੀ ਬਾਹਰ ਹੈ। ਦੇਖੋ, ਮੇਰਾ ਕਹਿਣਾ ਹੈ ਜੀ ਜੀ, ਜਿਹੜੀ ਫਾਈਨੈਂਸ਼ੀਅਲ ਜਿਹੜੇ ਜਿੰਨੇ ਵੀ ਚਾਰजेस ਲਗਾਏ ਜਾ ਰਹੇ ਨੇ, ਇਹ ਜਿਹੜੇ ਫਾਈਨੈਂਸ਼ੀਅਲ ਇਨਕਲੂਜਨ ਦੇ ਵਿੱਚ ਅਕਾਊਂਟ ਖੁੱਲੇ ਨੇ, ਉਹਨਾਂ ਦੇ ਵਿੱਚ ਕੋਈ ਚਾਰजेस ਲਗਾਏ ਨਹੀਂ ਜਾ ਰਹੇ। ਜਿਹੜੇ ਵੀ ਚਾਰजेस ਜਿਹੜੇ ਕਹਿ ਰਹੇ ਨੇ, ਨੈਗੇਟਿਵ ਪ੍ਰੋਪੇਗੈਂਡਾ ਤਾਂ ਕਰਨਾ ਬੜਾ ਆਸਾਨ ਹੈ, ਪਰ ਜਿਹੜਾ ਮੇਨ ਮੁੱਦਾ ਸੀਗਾ ਸੈਂਟਰ ਗਵਰਨਮੈਂਟ ਦਾ, ਇਹਦੇ ਵਿੱਚ ਬੇਸ ਸੀਗਾ ਕਿ ਅਸੀਂ ਇਹਨੂੰ ਕੈਸ਼ਲੈਸ ਟ੍ਰਾਂਜੈਕਸ਼ਨ ਕਰੀਏ, ਕੈਸ਼ਲੈਸ ਸੁਸਾਇਟੀ ਬਣਾਈਏ। ਜੇ ਅਸੀਂ ਜੇ ਟ੍ਰਾਂਜੈਕਸ਼ਨ ਦੇ ਉੱਤੇ ਚਾਰजेस ਲੱਗ ਰਹੇ ਨੇ, ਇਹਦਾ ਰੀਜ਼ਨ ਹੈ ਕਿ ਅਸੀਂ ਘਟਾਉਣਾ ਚਾਹੁੰਦੇ ਹਾਂ ਕਿ ਬੈਂਕਿੰਗ ਇੰਡਸਟਰੀ ਦੇ ਵਿੱਚ ਕੈਸ਼ ਦੀਆਂ ਟ੍ਰਾਂਜੈਕਸ਼ਨ ਘੱਟ ਆਉਣ, ਕਿਉਂਕਿ ਸਰਕੂਲੇਸ਼ਨ ਦੇ ਵਿੱਚ ਜਿੰਨਾ ਚਿਰ ਅਸੀਂ ਇਨਕਮ ਟੈਕਸ ਵਗੈਰਾ ਦੂਜੇ ਸਿਸਟਮ ਦੇ ਵਿੱਚ ਅਸੀਂ ਕੈਸ਼ ਟ੍ਰਾਂਜੈਕਸ਼ਨ ਨੂੰ ਨਹੀਂ ਰੋਕਾਂਗੇ ਤੇ ਲੋਕੀ ਟੈਕਸਿਸ ਵਗੈਰਾ ਨੂੰ ਅਵੋਇਡ ਕਰਦੇ ਹੈਗੇ ਨੇ। तो जे ट्रांजैक्शंस लगाई जा रही हैं, ट्रांजैक्शन कॉस्ट लग रही है, मेन पर्पस की है, ਇਹਦਾ ਮੇਨ ਪਰਪਸ ਹੈਗਾ ਕਿ ਅਸੀਂ ਕੈਸ਼ ਦੀ ਸਰਕੂਲੇਸ਼ਨ ਘਟਾਈਏ। ਕੈਸ਼ ਦੀ ਸਰਕੂਲੇਸ਼ਨ ਕਿਸ ਤਰ੍ਹਾਂ ਘਟਦੀ ਹੈ? ਜੇ ਸਪੋਜ਼ ਲੋਕਾਂ ਦਾ ਮੈਂ ਦੇਖਿਆ ਗਿਆ ਕਿ ਲੋਕੀ ਰੈਂਟ, ਦੂਜੀਆਂ ਚੀਜ਼ਾਂ ਸਭ ਕੈਸ਼ 'ਚ ਲੈਂਦੇ ਨੇ ਤੇ ਉਹ ਇਨਕਮ ਟੈਕਸ ਦੇ ਵਿੱਚ ਡਿਸਕਲੋਜ਼ ਨਹੀਂ ਕਰਦੇ ਤੇ ਉਹ ਬੈਂਕਾਂ ਦੇ ਵਿੱਚ ਆਪਣੇ ਜਮ੍ਹਾਂ ਕਰਾ ਦਿੰਦੇ ਨੇ। ਸੋ ਇਸ ਕਰਕੇ ਕੈਸ਼ ਦੀਆਂ ਟ੍ਰਾਂਜੈਕਸ਼ਨ ਦੇ ਚਾਰजेस ਲੱਗਣਾ, ਕਿਉਂਕਿ ਇਹਦਾ ਮੇਨ ਪਰਪਸ ਇਹ ਹੈ ਕਿ ਅਸੀਂ ਕੈਸ਼ ਦੀਆਂ ਜਿਹੜੀ ਸਰਕੂਲੇਸ਼ਨ ਆਫ ਕੈਸ਼ ਹੈਗੀ ਹੈ ਉਹ ਘਟਾਉਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਥਰੂ ਕਾਰਡ ਸਿਸਟਮ ਦੇ ਵਿੱਚ ਕੈਸ਼ਲੈਸ ਸੁਸਾਇਟੀ ਬਣਾਈਏ। ਸਾਰੰਗ ਸਾਹਿਬ, ਐਕਚੁਅਲੀ ਇਹ ਸਾਰੀਆਂ ਚੀਜ਼ਾਂ ਬਹੁਤ ਅੱਛੀਆਂ ਲੱਗ ਰਹੀਆਂ ਨੇ ਸੁਣ ਕੇ, ਔਰ ਅੱਜ ਕੱਲ੍ਹ ਇੱਕ ਟ੍ਰੈਂਡ ਵੀ ਹੈ ਕਿ ਆਪਾਂ ਹਰ ਇੱਕ ਸਵਾਲ ਚੁੱਕਣ ਵਾਲੇ ਨੂੰ ਨੈਗੇਟਿਵ ਪ੍ਰੋਪੇਗੈਂਡਾ ਦਾ ਨਾਂ ਦੇ ਦਿੰਦੇ ਹਾਂ ਔਰ ਅਸੀਂ ਕਹਿ ਦਿੰਦੇ ਹਾਂ ਕਿ ਸਾਡੀ ਸੁਸਾਇਟੀ ਦੇ ਵਿੱਚ ਪੋਜ਼ਿਟਿਵ ਗੱਲ ਕਰਨ ਵਾਲੇ ਲੋਕ ਬਹੁਤ ਘੱਟ ਨੇ। ਪਰ ਸਵਾਲ ਉਠਾਉਣਾ ਵੀ ਜਾਇਜ਼ ਹੈ ਔਰ ਉਹਨਾਂ ਲੋਕਾਂ ਦੇ ਲਈ ਸਵਾਲ ਉਠਾਉਣਾ ਜਾਇਜ਼ ਹੈ ਜਿਹੜੇ ਇਹਦੇ ਤੋਂ ਪਰੇਸ਼ਾਨ ਹੋਣਗੇ, ਜਿਹੜੇ ਭੁਗਤ ਭੋਗੀ ਨੇ। ਡਾਕਟਰ ਜਸਵਿੰਦਰ ਸਿੰਘ, ਮੈਂ ਤੁਹਾਡੇ ਕੋਲ ਆਉਣਾ ਚਾਹਾਂਗਾ। ਸਾਰੰਗ ਸਾਹਿਬ ਕਹਿ ਰਹੇ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਅੱਗੇ ਜਾ ਕੇ ਇਹਦਾ ਫਾਇਦਾ ਹੋਏਗਾ, ਕੈਸ਼ਲੈਸ ਸੁਸਾਇਟੀ ਵੱਲ ਅਸੀਂ ਵਧਾਂਗੇ। ਪਰ ਮੈਨੂੰ ਤਾਂ ਲੱਗ ਰਿਹਾ ਜਿੰਨੇ ਕਦਮ ਆ ਬੈਂਕਾਂ ਨੇ ਚੁੱਕੇ ਹੈ ਉਹ ਤਾਂ ਬਿਲਕੁਲ ਆਪੋਜ਼ਿਟ ਲੱਗਦੇ ਆ ਮੈਨੂੰ। ਕੈਸ਼ਲੈਸ ਕੀ, ਜਾਂ ਤਾਂ ਫਿਰ ਬੈਂਕਾਂ ਨੂੰ ਕੀ ਕਸਟਮਰ ਬਿਹੇਵੀਅਰ ਦੀ ਸਮਝ ਨਹੀਂ ਹੈਗੀ? ਦੇਖੋ, ਗੱਲ ਇਹ ਹੈ ਕਿ ਸੇਵਿੰਗ ਅਕਾਊਂਟ ਦੇ ਵਿੱਚ ਹੁਣ ਕਿਹੜਾ ਬੰਦਾ ਪੈਸੇ ਰੱਖਦਾ? ਹਾਂ, ਸੇਵਿੰਗ ਅਕਾਊਂਟ ਦੇ ਵਿੱਚ ਉਹ ਬੰਦਾ ਪੈਸੇ ਰੱਖਦਾ ਇਨਕਲੂਡਿੰਗ ਸਾਰੰਗ ਸਾਹਿਬ, ਜਿਹੜੇ ਸੈਲਰੀਡ ਵਾਲੇ ਨੇ ਜਾਂ ਜਿਨ੍ਹਾਂ ਦੀ ਇਨਕਮ ਘੱਟ, ਬਿਲਕੁਲ, ਜਿਨ੍ਹਾਂ ਦੀਆਂ ਟ੍ਰਾਂਜੈਕਸ਼ਨਸ ਵੱਡੀਆਂ ਮੋਟੀਆਂ ਨੇ, ਉਹ ਤੇ ਕਰੰਟ ਅਕਾਊਂਟ ਦੇ ਵਿੱਚ ਟ੍ਰਾਂਜੈਕਸ਼ਨਸ ਹੁੰਦੀਆਂ ਨੇ। ਇਹ ਪੰਜਾਬ ਸਿੰਧ ਬੈਂਕ ਦਾ ਅਗਰ ਆਪਾਂ ਕੇਸ ਲੈ ਲਈਏ ਤੇ ਤੁਸੀਂ ਦੇਖੋਗੇ ਕਿ ਇਹਨਾਂ ਦੀਆਂ ਜਿਹੜੀਆਂ ਮੇਜਰ, ਇਹਨਾਂ ਵੈਸੇ ਤੇ ਬੈਂਕ ਸਭ ਤੋਂ ਵੱਡਾ ਐਨਪੀਐਸ ਇਸ ਬੈਂਕ ਦੇ ਵਿੱਚ ਨੇ, ਹੁਣ ਥੋੜੇ ਜਿਹੇ ਇਹਨਾਂ ਦੇ ਘੱਟ ਹੋਏ ਨੇ। ਅਦਰਵਾਈਜ਼
ਜਿਹੜੀਆਂ ਮੋਟੀਆਂ ਟ੍ਰਾਂਜੈਕਸ਼ਨਸ ਦੀ ਇਹਨਾਂ ਦੀ ਫੇਲਿਅਰ ਹੋਈ ਉਹ ਕਰੰਟ ਅਕਾਊਂਟ ਦੇ ਵਿੱਚੋਂ ਹੋਈ ਹਾਂ। ਔਰ ਉਹਦੇ ਵਿੱਚ ਰਿਕਵਰੀ ਨਹੀਂ ਕਰ ਪਾ ਰਹੇ। ਨਹੀਂ ਕਰ ਉਹ ਪਾ ਰਹੇ। ਹੁਣ ਇਹ ਗੱਲ ਸਿਰਫ ਕੈਸ਼ ਟ੍ਰਾਂਜੈਕਸ਼ਨਸ ਦੀ ਨਹੀਂ ਹੈ। ਹਾਂ। ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਵੀ ਟ੍ਰਾਂਜੈਕਸ਼ਨਸ ਹੁਣ ਹੋਣਗੀਆਂ ਚਾਹੇ ਉਹ ਕੈਸ਼ਲੈਸ ਨੇ, ਅਗਰ ਤੁਸੀਂ ਪੈਸਾ ਵੀ ਟ੍ਰਾਂਸਫਰ ਕਰਦੇ ਹੋ ਉਸ ਟ੍ਰਾਂਜੈਕਸ਼ਨ ਦੇ ਉੱਤੇ ਵੀ ਇਹ ਸਰਚਾਰਜ ਨਹੀਂ ਹੈ, ਇਹ ਸਰਵਿਸ ਚਾਰਜ ਹੈ, ਕਿਉਂਕਿ ਸਰਚਾਰਜ ਤੇ ਗਵਰਨਮੈਂਟ ਲਗਾਏਗੀ। ਬਿਲਕੁਲ। ਇਹਨਾਂ ਨੇ ਸਰਵਿਸ ਚਾਰਜ ਉਹਦੇ ਉੱਪਰ ਲਗਾਉਣਗੇ ਟ੍ਰਾਂਜੈਕਸ਼ਨ ਦੇ ਉੱਪਰ, ਤੇ ਉਸ ਸਰਵਿਸ ਚਾਰਜ ਦੇ ਉੱਪਰ ਸੈਂਟਰ ਗਵਰਨਮੈਂਟ ਦਾ ਸਰਚਾਰਜ ਆਟੋਮੈਟਿਕਲੀ ਕੈਲਕੂਲੇਟ ਹੋਏਗਾ। ਜਦ ਕਿ ਅਜੇ ਤੱਕ ਸੈਂਟਰ ਗਵਰਨਮੈਂਟ ਦੀ ਕੋਈ ਕਿਸੇ ਕਿਸਮ ਦੀ ਡਾਇਰੈਕਸ਼ਨ ਨਹੀਂ ਹੈ। ਕਮਰਸ਼ੀਅਲ ਬੈਂਕਸ ਨੇ ਵੀ ਅੰਡਰਸਟੈਂਡ ਕਿ ਇਹਨਾਂ ਨੇ ਬਿਜ਼ਨਸ ਕਰਨੀ ਹੈ, ਇਹਨਾਂ ਨੇ ਪੈਸਾ ਕਮਾਉਣਾ ਹੈ, ਔਰ ਖਾਸ ਕਰਕੇ ਜਿਹੜੇ ਇਹਦੇ ਵਿੱਚ ਪਹਿਲ ਕਦਮੀ ਜਿਹੜੀ ਕੀਤੀ ਜਾ ਰਹੀ ਹੈ ਉਹ HDFC ਵੱਲੋਂ ਹੈ, ICICI ਵਰਗੇ ਬੈਂਕ ਦੇ ਵੱਲੋਂ। ਹੁਣ SBI ਨੇ ਵੀ ਇੱਕ ਬੜੀ ਮੋਡਰੇਟ ਤਰੀਕੇ ਦੇ ਨਾਲ ਉਹਨਾਂ ਨੇ ਵੀ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਪਰ ਕੀ ਇਹਦੇ ਵਾਸਤੇ ਕੋਈ RBI ਦੀਆਂ ਗਾਈਡਲਾਈਨਸ ਆਈਆਂ ਨੇ? ਕਿਉਂਕਿ ਪੂਰੀ ਦੀ ਪੂਰੀ ਜਿਹੜੀ ਟ੍ਰਾਂਜੈਕਸ਼ਨ ਹੈ ਰੈਗੂਲੇਟਰੀ ਮੈਕੈਨਿਜ਼ਮ ਉਹ RBI ਦੇ ਕੋਲ ਹੈ। ਹਾਂਜੀ, ਅੱਗੇ ਡੀਮੋਨੇਟਾਈਜੇਸ਼ਨ ਦੀ ਗੱਲ ਵੀ ਹੋਈ ਹੈ ਤੇ ਉਹਨੂੰ ਰੀਮੋਨੇਟਾਈਜ਼ ਕਰਨ ਵਾਸਤੇ ਇੱਕ RBI ਨੇ ਜਿਹੜਾ ਨੋਟ ਛਾਪ ਕੇ ਸਰਕੂਲੇਸ਼ਨ ਦੇ ਵਿੱਚ ਲੈ ਕੇ ਆਇਆ। ਬਿਲਕੁਲ। ਔਰ ਕੈਸ਼ਲੈਸ ਹੋਣਾ ਬਹੁਤ ਅੱਛੀ, ਬਹੁਤ ਵਧੀਆ ਗੱਲ ਹੈ, ਮਗਰ ਕੈਸ਼ਲੈਸ ਦੇ ਨਾਲ ਅਸੀਂ ਉਹਦੇ ਕਵਰ ਦੇ ਵਿੱਚ ਅਸੀਂ ਲੋਕਾਂ ਨੂੰ ਟੈਕਸ ਨਾਲ ਜਿਹੜਾ ਨਾ ਅਨਨੈਸੈਸਰੀ ਟ੍ਰਾਂਜੈਕਸ਼ਨਸ ਨਾਲ ਲਗਾਉਣੀ ਸ਼ੁਰੂ ਕਰ ਦਈਏ। ਆਮ ਤੌਰ ਤੇ ਜਿਹੜਾ ਬੰਦਾ ਹੈ, ਕਿਉਂਕਿ ਅਸੀਂ ਪੈਸਾ ਅਗਰ ਆਪਣੇ ਅਕਾਊਂਟ ਦੇ ਵਿੱਚ ਰੱਖਣਾ, ਚਾਹੇ ਅਸੀਂ ਉਹਨੂੰ ਸੇਵਿੰਗ 'ਚ ਰੱਖੀਏ ਜਾਂ ਇਹਨਾਂ ਦੇ ਕੋਲ ਫਿਕਸ ਡਿਪੋਜ਼ਿਟ ਦੇ ਰੂਪ ਦੇ ਵਿੱਚ ਰੱਖੀਏ, ਤੇ ਉਹ ਟ੍ਰਾਂਜੈਕਸ਼ਨਸ ਤਾਂ ਹੋਣਗੀਆਂ। ਬੰਦੇ ਨੇ ਕਿੱਥੋਂ ਪੈਸਾ ਪੂਰਾ ਕਰਨਾ ਅਗਰ ਕੈਸ਼ ਨਹੀਂ ਹੈ? ਤੇ ਇਸ ਕਰਕੇ ਬੈਂਕਸ ਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਹੈ। ਔਰ ਇਹਨਾਂ ਦੇ ਕੋਲ ਅਗਰ ਇਹਨਾਂ ਦੇ NPAs ਘਟ ਜਾਂਦੇ ਨੇ, ਮੈਂ ਤੁਹਾਨੂੰ ਦੱਸਾਂ ਕਿ ਕ੍ਰੈਡਿਟ ਕ੍ਰੀਏਸ਼ਨ ਦੇ ਵਿੱਚ ਇੱਕ ਬੈਂਕ ਤਕਰੀਬਨ 7-8, ਅਗਰ ਅਸੀਂ 100 ਰੁਪਇਆ, ਮੈਂ ਪਹਿਲਾਂ ਵੀ ਕਹਿ ਚੁੱਕਾ, ਅਗਰ 100 ਰੁਪਇਆ ਇਹਨਾਂ ਦੇ ਕੋਲ ਡਿਪੋਜ਼ਿਟ ਕਰਵਾਉਂਦੇ ਆ ਤੇ ਉਹਦਾ 800 ਰੁਪਏ ਦਾ ਲੋਨ ਦੇ ਦਿੰਦੇ। ਹਾਂਜੀ, ਔਰ ਉਹ ਲੋਨ ਦੇ ਉੱਪਰ ਜਿਹੜਾ ਰੇਟ ਆਫ ਇੰਟਰਸਟ ਚਾਰਜ ਕੀਤਾ ਜਾਂਦਾ ਹੈ, ਉਹ ਜਿਹੜਾ ਇਹ ਲੋਕਾਂ ਨੂੰ ਲੋਨ ਦੇ ਉੱਪਰ ਰੇਟ ਆਫ ਇੰਟਰਸਟ ਜਿਹੜਾ ਬੈਂਕ ਦਿੰਦਾ ਉਹ ਕਿਤੇ ਘੱਟ ਹੁੰਦਾ ਹੈ ਜਿਹੜਾ ਲੋਨ ਚਾਰਜ ਕਰਨ ਤੋਂ। ਸੋ ਇਸ ਕਰਕੇ ਉਹਦੇ ਵਿੱਚ ਹੀ ਆਪਣੀ ਇਹਨਾਂ ਦੀ ਕਾਫੀ ਅੱਛੀ ਮਾਰਜਨ ਹੈ। ਔਰ ਇੱਕ ਲਿਮਿਟ ਹੋਣੀ ਚਾਹੀਦੀ ਹੈ ਕਿ ਇਸ ਲਿਮਿਟ ਤੋਂ ਬਾਅਦ ਆਮ ਆਦਮੀ ਦੇ ਵੀ ਅਗਰ ਅੱਜ 70-80 ਹਜ਼ਾਰ ਰੁਪਇਆ ਉਹਦੀ ਇਨਕਮ ਹੈ ਇੱਕ ਸਰਵਿਸ ਕਰਨ ਵਾਲੇ ਬੰਦੇ ਦੀ, ਤੇ ਉਹਦੀ 60-70 ਹਜ਼ਾਰ ਰੁਪਇਆ ਖਰਚਾ ਵੀ ਹੈ, 10,000 ਰੁਪਇਆ ਉਹਦੀ ਸੇਵਿੰਗ ਹੋਏਗੀ। ਤੇ ਬੈਂਕ ਨੂੰ ਕਮ ਸੇ ਕਮ ਇਹ ਦੇਖਣਾ ਚਾਹੀਦਾ ਕਿ ਇਹਨਾਂ ਦੇ ਕੋਲ ਉਹ ਇੱਕ ਮਹੀਨਾ ਪੂਰਾ ਕੈਸ਼ ਰਹਿੰਦਾ, ਉਸ ਕੈਸ਼ ਨੂੰ ਇਸਤੇਮਾਲ ਕਰਦੇ ਨੇ। ਇਹ ਚੀਜ਼ਾਂ ਸਾਨੂੰ ਸਮਝਣੀਆਂ ਵੀ ਪੈਣਗੀਆਂ। ਔਰ ਉਹ ਜਿਹੜਾ ਇਹਨਾਂ ਕੋਲ ਕੈਸ਼ ਐਟ ਹੈਂਡ ਹੈ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਇਹਨਾਂ ਦੇ ਕੋਲ ਐਸੈਟ ਹੈ, ਉਹਨੂੰ ਟ੍ਰਾਂਜੈਕਸ਼ਨਸ ਪ੍ਰੋਪਰਲੀ ਕਰਨ ਤੇ ਬੈਂਕ ਬਹੁਤ ਵਧੀਆ ਬਿਜ਼ਨਸ ਕਰ ਸਕਦਾ। ਵਾਈ ਸ਼ੁੱਡ ਦੇ ਚਾਰਜ ਹਿਊਜ ਅਮਾਉਂਟਸ ਫॉर? ਬਿਲਕੁਲ। ਇੱਕ ਬ੍ਰੇਕ ਦੇ ਲਈ ਇੱਥੇ ਰੁਕਾਂਗੇ, ਬ੍ਰੇਕ ਤੋਂ ਬਾਅਦ ਵੀ ਇਹ ਚਰਚਾ ਜਾਰੀ ਰਹੇਗੀ। ਇੱਕ ਬ੍ਰੇਕ ਲੈ। ਸਵਾਗਤ ਹੈ ਜੀ। ਬ੍ਰੇਕ ਤੋਂ ਬਾਅਦ ਬੈਂਕ ਪਹੁੰਚ ਤੋਂ ਬਾਹਰ ਇਸੇ ਮੁੱਦੇ ਤੇ ਅੱਜ ਗੱਲਬਾਤ ਚੱਲ ਰਹੀ ਹੈ। ਭਾਵਮੀਤ ਸਿੰਘ ਚੰਡੋਕ, ਮੈਂ ਤੁਹਾਡੇ ਕੋਲ ਹੁਣ ਆਉਣਾ ਚਾਹੂੰਗਾ। ਤੁਹਾਡੇ ਤੋਂ ਸਵਾਲ ਇਹੀ ਕਿ ਕੈਸ਼ਲੈਸ ਇਕੋਨਮੀ ਜਾਂ ਕੈਸ਼ਲੈਸ ਸੋਸਾਇਟੀ ਬਣਾਉਣੀ ਬਹੁਤ ਅੱਛਾ ਡ੍ਰੀਮ ਹੈ, ਬਹੁਤ ਅੱਛਾ ਸੁਪਨਾ ਹੈ, ਔਰ ਇਹਦੇ ਤੇ ਸਾਨੂੰ ਅੱਗੇ ਵੀ ਵਧਣਾ ਚਾਹੀਦਾ, ਪਰ ਇਹਦੀ ਕੀਮਤ ਕਿੰਨੀ ਹੋਣੀ ਚਾਹੀਦੀ ਹੈ? ਸਵਾਲ ਇਹ ਹੈ, ਇਹਦੀ ਕੀਮਤ ਕਿੰਨੀ ਹੋਣੀ ਚਾਹੀਦੀ ਹੈ ਕਿ ਦੇਸ਼ ਦਾ ਜਿਹੜਾ ਛੋਟਾ ਤਬਕਾ ਹੈ, ਉਹ ਤਬਕਾ ਜਿਹੜਾ ATM ਦੇ ਵਿੱਚੋਂ ਉਨੇ ਹੀ ਪੈਸੇ ਕਢਾਉਂਦਾ ਡੇਲੀ ਜਾਂ 3 ਜਾਂ 4 ਦਿਨ ਬਾਅਦ, ਜਿੰਨੇ ਦੀ ਉਹਨੂੰ ਲੋੜ ਹੁੰਦੀ ਹੈ, ਤਾਂ ਕਿ ਉਹ ਆਪਣੀ ਜੇਬ ਦੇ ਵਿੱਚ ਉਨੇ ਕੀ ਰੱਖ ਸਕੇ ਜਿੰਨੇ ਉਹਨੂੰ ਚਾਹੀਦੇ ਆ। ਜੇ ਜ਼ਿਆਦਾ ਕਢਾ ਲੇ ਤਾਂ ਉਹਦੇ ਖਤਮ ਹੋ ਜਾਣਗੇ। ਇਹਨਾਂ ਲੋਕਾਂ ਦੀ ਕੀਮਤ ਤੇ ਕੈਸ਼ਲੈਸ ਸੁਸਾਇਟੀ ਬਣਾਈ ਜਾਊਗੀ। ਗੁਰਪ੍ਰੀਤ ਜੀ, ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਮੇਰੇ ਹਿਸਾਬ ਨਾਲ ਹਰ ਚੀਜ਼ ਨੂੰ ਇੱਕ ਚੀਜ਼ ਨਾਲ ਐਸੋਸੀਏਟ ਕਰਕੇ ਦੇਖਣਾ ਵੀ ਥੋੜਾ ਜਿਹਾ ਡੇਂਜਰਸ ਹੈਗਾ। ਇਹ ਸਿਸਟਮ ਜਦ ਡੀਮੋਨੇਟਾਈਜੇਸ਼ਨ 8 ਨਵੰਬਰ ਨੂੰ ਅਨਾਉਂਸ ਕੀਤਾ ਗਿਆ ਸੀਗਾ, ਬਹੁਤ ਹੂ ਹੱਲਾ ਹੋਇਆ ਸੀ ਕਿ ਸਾਡੀ ਕੰਟਰੀ ਪਿੱਛੇ ਚਲੀ ਜਾਏਗੀ, ਇਹ ਹੋਏਗਾ, ਬਹੁਤ ਕੁਝ ਹੋਏਗਾ। ਹੁਣ ਡੀਮੋਨੇਟਾਈਜੇਸ਼ਨ ਖਤਮ ਹੋਏ 2 ਮਹੀਨੇ ਹੋ ਗਏ ਨੇ, 60 ਦਿਨ ਤੋਂ ਵੱਧ ਹੋ ਗਏ ਨੇ, 65 ਦਿਨ ਹੋ ਗਏ ਨੇ ਅਪਰੋਕਸੀਮੇਟਲੀ, ਔਰ ਮੇਰੇ ਖਿਆਲ ਇਕਨੋਮੀ ਕਾਫੀ ਹੱਦ ਤੱਕ ਬੈਕ ਟਰੈਕ 'ਚ ਆ ਗਈ। ਨਹੀਂ, ਉਹਦੇ ਅਸਰ ਤਾਂ ਸਰ 2017-18 'ਚ ਹੀ ਦਿਖਣਗੇ। ਗੁਰਪ੍ਰੀਤ ਜੀ ਇੱਕ ਸੈਕਿੰਡ, ਔਰ ਅਸੀਂ ਇਹ ਵੀ ਨਾ ਭੁੱਲੀਏ ਕਿ ਸਮਾਲ ਸਕੇਲ ਇੰਡਸਟਰੀ ਦੇ ਵਿੱਚੋਂ ਲੱਖਾਂ ਜੌਬਸ ਵੀ ਗਈਆਂ ਨੇ, ਕਿਸਾਨਾਂ ਦੇ ਪੈਰੀਸ਼ੇਬਲ ਗੁੱਡਸ ਖਰਾਬ ਹੋਈਆਂ ਨੇ। ਇਹ ਚੀਜ਼ਾਂ ਵੀ ਯਾਦ ਰੱਖਣੀਆਂ ਪੈਣਗੀਆਂ। ਇੱਕ ਸੈਕਿੰਡ ਗੁਰਪ੍ਰੀਤ ਜੀ ਇੱਕ ਸੈਕਿੰਡ ਥਾਟ ਪ੍ਰੋਸੈਸ ਪੂਰਾ ਕਰਨ ਦਿਓ। ਮੈਂ ਤੁਹਾਡੇ 2 ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਉਹਦੇ ਵਿੱਚ ਕੋਈ ਡਿਵੀਏਸ਼ਨ ਨਹੀਂ ਹੈ ਕਿ ਬਈ ਸਮਾਲ ਸਕੇਲ ਇੰਡਸਟਰੀ ਤੇ ਛੋਟੇ ਤਬਕੇ ਨੂੰ ਪ੍ਰੋਬਲਮ ਆਏਗੀ, ਮੈਂ ਮੰਨਣਾ। ਲੇਕਿਨ ਇੰਡੀਆ ਦੇ ਵਿੱਚ ਕੈਸ਼ ਦੀ ਹੈਬਿਟ ਇੰਨੀ ਜ਼ਿਆਦਾ ਡੀਪ ਰੂਟਡ ਹੈ ਕਿ ਲੋਕੀ ਚੇਂਜ ਹੋਣ ਨੂੰ ਵੀ ਬਹੁਤ ਪ੍ਰੋਬਲਮ ਕਰਦੇ ਆ। ਔਰ ਇਹਦੇ ਵਿੱਚ ਇਸ ਗੱਲ ਨੂੰ ਨਹੀਂ ਭੁੱਲਿਆ ਜਾਏ ਕਿ ਸਾਡੇ ਲਈ ਜਿਹੜੀ ਚੀਜ਼ਾਂ ਕੀਤੀਆਂ ਜਾ ਰਹੀਆਂ, SBI ਗਵਰਨਮੈਂਟ ਡਾਇਰੈਕਸ਼ਨ ਦੇ ਬਿਨਾ ਬਿਲਕੁਲ ਨਹੀਂ ਕਰ ਸਕਦਾ। ਜਿਵੇਂ ਕਿ ਇੱਕ ਪੁਆਇੰਟ ਰੇਸ ਕੀਤਾ ਗਿਆ ਸੀ ਕਿ ਬੈਂਕਿੰਗ ਇੰਡਸਟਰੀ
ਜਿਹੜੀ ਗਰਾਊਂਡ ਲੈਵਲ ਤੋਂ ਬਿਲਕੁਲ ਪਰੇ ਹੋ ਗਈ ਹੈ। ਮੇਰੇ ਖਿਆਲ ਨਾਲ ਸਰ ਇੱਕ ਗੱਲ ਨੂੰ ਨਾ ਭੁੱਲਿਆ ਜਾਏ, ਜਿਹੜਾ ਡੀਮੋਨੇਟਾਈਜੇਸ਼ਨ ਵਿੱਚ 19000 ਅਕਾਊਂਟ ਕੱਲੇ ਕਰੰਟ ਅਕਾਊਂਟ ਫਰਮ ਕੈਲਕਟਾ, ਲੋਕਾਂ ਨੇ ਫਿਕਟੀਸ਼ੀਅਸ ਅਕਾਊਂਟ ਨੂੰ ਇਹਨਾਂ ਨੂੰ ਵੀਡ ਆਊਟ ਵੀ ਕਰਨਾ ਹੈਗਾ। ਇੰਡੀਆ ਦੇ ਵਿੱਚ ਇੰਨੇ ਸਾਰੇ ਫਿਕਟੀਸ਼ੀਅਸ ਅਕਾਊਂਟਸ ਖੁੱਲ ਗਏ ਨੇ। ਜਿਹੜੀ ਗੱਲ ਤੁਸੀਂ ਜਨ ਧਨ ਆਧਾਰ ਤੇ ਮੋਬਾਈਲ ਜੈਮ ਦੀ ਗੱਲ ਕਰ ਰਹੇ ਹੋ, ਅੱਜ ਕੱਲ ਮੇਰੇ ਖਿਆਲ ਅਸੀਂ ਵੀ ਸੋਚਦੇ ਹਾਂ ਕਿ ਗਰੀਬ ਆਦਮੀ ਲੱਗਦਾ ਇੰਨਾ ਗਰੀਬ ਹੈ ਕਿ ਉਹ 1000 ਰੁਪਏ ਨਹੀਂ ਰੱਖ ਸਕਦਾ, ਜਦਕਿ ਤੁਸੀਂ ਉੱਥੇ ਜਾਓਗੇ ਉਹ ਤੁਹਾਨੂੰ ਮੋਬਾਈਲ ਦੀ ਕਈ ਚੀਜ਼ਾਂ ਦੱਸ ਦੇਣਗੇ ਜਿਹੜਾ ਸ਼ਾਇਦ ਅਰਬਨ ਆਦਮੀ ਯੂਜ਼ ਨਹੀਂ ਕਰ ਪਾ ਰਿਹਾ ਹੋਏਗਾ। ਪ੍ਰੋਬਲਮ ਜ਼ਰੂਰ ਹੋਏਗੀ, ਡੀਮੋਨੇਟਾਈਜੇਸ਼ਨ ਪ੍ਰੋਬਲਮ ਹੋਈ, ਲੇਕਿਨ ਸੁਸਾਇਟੀ ਨੇ ਉਹਨੂੰ ਐਕਸੈਪਟ ਕੀਤਾ ਹੈ ਔਰ ਅੱਗੇ ਵਧੀ ਹੈ। ਮੇਰੇ ਖਿਆਲ ਨਾਲ ਸਰ ਇਹ ਸਟੈਪਸ ਚੰਗੇ ਨੇ, ਕਿਉਂਕਿ ਫਿਕਟੀਸ਼ੀਅਸ ਅਕਾਊਂਟ ਨੂੰ ਵੀਡ ਆਊਟ ਕਰਨਾ ਜ਼ਰੂਰੀ ਹੈ, ਨਹੀਂ ਤਾਂ ਇਲੀਗਲ ਪੈਸਾ ਇਹਨਾਂ ਦੇ ਵਿੱਚ ਪਾਇਆ ਜਾਏਗਾ ਔਰ ਉਹਨੂੰ ਵਾਈਟ ਕੀਤਾ ਜਾਏਗਾ। ਪਰ ਤੁਹਾਨੂੰ ਕੀ ਲੱਗਦਾ ਜਿਹੜਾ ਕੈਸ਼ਲੈਸ ਸੋਸਾਇਟੀ ਦਾ ਆਪਾਂ ਸੁਪਨਾ ਵੇਖ ਰਹੇ ਹਾਂ, ਜਿਹੜੇ ਬੈਂਕਾਂ ਨੇ ਹੁਣ ਕਦਮ ਉਠਾਏ ਨੇ ਉਹ ਅਗੇਂਸਟ ਨਹੀਂ, ਉਹ ਆਪੋਜ਼ਿਟ ਨਹੀਂ ਲੱਗਦੇ ਤੁਹਾਨੂੰ? ਉਹਦਾ ਕੈਸ਼ਲੈਸ ਡ੍ਰੀਮ ਹੈ ਜਿਹੜਾ ਉਹਨੂੰ ਧੱਕਾ ਦੇਣ ਵਾਲੇ ਲੱਗਦੇ ਆ? ਗੁਰਪ੍ਰੀਤ ਜੀ ਤੁਹਾਨੂੰ ਇੱਕ ਇੰਟਰਸਟਿੰਗ ਫੈਕਟ ਦੱਸਦਾ, ਜਿਹੜੀ ਅੱਜ SBI ਦਾ ਸਰਕੂਲਰ ਆਇਆ ਹੈ ਉਹਦੇ 'ਚ ਇੱਕ ਚੀਜ਼ ਬੜੀ ਵਧੀਆ ਲਿਖੀ ਹੋਈ ਹੈ ਕਿ ਇਹ ਚੀਜ਼ ਤਾਂ ਪਹਿਲਾਂ ਵੀ ਸੀਗੀ, ਅਸੀਂ ਸਸਪੈਂਡ ਕੀਤੀ ਹੋਈ ਸੀ, ਅਸੀਂ ਦੁਬਾਰਾ ਇੰਪਲੀਮੈਂਟ ਕਰ ਰਹੇ ਹਾਂ। ਇਹਦਾ ਮਤਲਬ ਇਹ ਚੀਜ਼ ਪਹਿਲਾਂ ਵੀ ਸੀਗੀ, ਸਰਕੂਲਰ 'ਚ ਬਕਾਇਦਾ ਇਹ ਚੀਜ਼ ਲਿਖੀ ਹੋਈ ਹੈ ਕਿ ਅਸੀਂ ਸਸਪੈਂਡ ਕੀਤੀ ਹੋਈ ਚੀਜ਼ ਨੂੰ ਅਸੀਂ ਹੁਣ ਪਹਿਲੀ ਦੁਬਾਰਾ ਲਾਗੂ ਕਰਨਾ ਸ਼ੁਰੂ ਕਰ ਰਹੇ ਹਾਂ। ਮੈਂ ਤੇ ਤੁਸੀਂ ਬੈਂਕ ਦੀ ਵੈਬਸਾਈਟ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ, ਉਹਨਾਂ ਨੇ ਇਹ ਗੱਲ ਪੂਰਾ ਲਿਖਿਆ ਜੀ, ਮੇਰੇ ਕੋਲ ਸਰਕੂਲਰ ਪਿਆ ਹੈ, ਉਹਦੇ ਵਿੱਚ ਇਹ ਗੱਲ ਉਹ ਕਹਿ ਰਹੇ ਨੇ ਕਿ ਇਹ ਚੀਜ਼ ਪਹਿਲਾਂ ਵੀ ਸੀਗੀ, ਅਸੀਂ ਰੀਇੰਪਲੀਮੈਂਟ ਕਰਨ ਲੱਗੇ ਨੇ। ਲਾਈਕ ਇਹਨਾਂ ਨੇ ਲਿਖਿਆ ਥੀਸ ਟ੍ਰਾਂਜੈਕਸ਼ਨ ਬੈਂਕਸ ਬ੍ਰਾਂਚੇਸ ਆਲਰੇਡੀ ਐਗਜ਼ਿਸਟ, ਇਹ ਇਹਨਾਂ ਨੇ ਪਹਿਲਾਂ ਲਿਖਿਆ ਹੋਇਆ ਹੈ। ਐਡਿੰਗ ਦੈਟ ਦ ਸੇਮ ਹੈਵ ਬੀਨ ਰੀਨਿਊਡ ਫਰਮ ਕਮਿੰਗ ਫਾਈਨੈਂਸ਼ੀਅਲ ਈਅਰ। ਸਰ ਗਵਰਨਮੈਂਟ ਦਾ ਪ੍ਰੈਸ਼ਰ ਕਰਕੇ ਉਹਨਾਂ ਨੇ ਸ਼ਾਇਦ ਹਟਾਏ ਸੀ ਔਰ ਉਹਨੂੰ ਵਾਪਸ ਸਟਾਰਟ ਕਰ ਰਹੇ ਨੇ, ਇਹ ਤਾਂ ਇਹਨਾਂ ਦਾ ਸਰਕੂਲਰ ਕਹਿ ਰਿਹਾ ਜੀ। ਪਰ ਇਹ ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੋ ਮੇਰੇ ਖਿਆਲ ਇਹਦੀ ਜ਼ਰੂਰਤ ਪਈ ਕਿਸ ਤਰ੍ਹਾਂ, ਜਦ ਬੈਂਕ ਦੇ ਕੋਲ ਹੁਣ ਕੈਸ਼ ਆਇਆ ਔਰ SBI ਕੈਸ਼ ਬੇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੈਸ਼ ਬੇਸ ਆ ਉਹ ਅੱਜ ਦੀ ਡੇਟ ਦੇ ਵਿੱਚ SBI ਦੇ ਕੋਲ, ਔਰ ਬਾਕੀ ਵੀ ਜਿਹੜੀਆਂ ਹੁਣ SBI ਦੀ ਇਹ ਵੀ ਨਿਊਜ਼ ਹੈ ਕਿ ਬਹੁਤ ਸਾਰੇ ਇਹਨਾਂ ਦੇ ਜਿਹੜੇ ਸਹਾਇਕ ਬੈਂਕ ਨੇ ਉਹਨਾਂ ਦੇ ਨਾਲ ਮਰਜ ਹੋ ਰਹੇ ਨੇ, ਔਰ ਇਹਨਾਂ ਦਾ ਕੈਸ਼ ਬੇਸ ਕੋਈ ਘੱਟ ਨਹੀਂ ਹੈ। ਔਰ ਇਸ ਕੈਸ਼ ਬੇਸ ਨੂੰ ਇਹ ਅਗਰ ਨਹੀਂ ਯੂਜ਼ ਕਰ ਪਾ ਰਹੇ ਤਾਂ ਇਹਨਾਂ ਦੀ ਪ੍ਰੋਬਲਮ ਹੈ। ਹਾਂਜੀ ਬਿਲਕੁਲ, ਮੈਂ ਹੁਣੇ ਜ਼ਿਕਰ ਕੀਤਾ ਸੀ ਕਿ ਪ੍ਰਾਇੋਰਟੀ ਏਰੀਆਜ਼ ਦੇ ਵਿੱਚ ਕਿਉਂ SBI ਸ਼ਾਈ ਕਰ ਰਿਹਾ, ਕਿਉਂ ਨਹੀਂ ਆਪਣੇ ਲੋਨ ਅੱਗੇ ਵਧਣ ਦੇ ਰਹੇ। ਹੁਣ ਚਾਈਨਾ ਦੀ ਅਗਰ ਗੱਲ ਕਰਨੇ ਆ ਤੇ ਚਾਈਨਾ ਦਾ ਸਭ ਤੋਂ ਵੱਡਾ ਬੇਸ ਮੈਨੂਫੈਕਚਰਿੰਗ ਇੰਪਲਾਇਮੈਂਟ ਉੱਥੇ ਹੈ। ਅੱਜ ਦੀ ਡੇਟ ਦੇ ਵਿੱਚ ਬੈਂਕਸ ਦੇ ਕੋਲ ਕੈਸ਼ ਹੋਣ ਲੱਗਾ, ਅਗਰ ਇਹਨਾਂ ਦਾ ਵਿਜ਼ਨ ਅਗਰ ਇੰਨਾ ਨਹੀਂ ਹੈ ਕਿ ਕਿਸ ਬੰਦੇ ਨੂੰ ਇਹਨਾਂ ਨੇ ਕੈਸ਼ ਦੇਣਾ ਤੇ ਫਿਰ ਤੇ ਇਹਨਾਂ ਦਾ ਉੱਪਰ ਵਾਲਾ ਹੀ ਰੱਖਾ ਹੈ। ਔਰ ਜਿੱਥੇ ਤੱਕ ਇਹ ਟ੍ਰਾਂਜੈਕਸ਼ਨਸ ਦੀ ਗੱਲ ਹੈ, ਅਗਰ ਉਸ ਟਾਈਮ ਇਹਨਾਂ ਨੇ ਵਿਦਡਰਾ ਕੀਤੀਆਂ ਸੀ ਤੇ ਉਹਦਾ ਕੋਈ ਰੀਜ਼ਨ ਹੁੰਦਾ, ਉਹਦੀ ਕੋਈ ਬੈਕਗ੍ਰਾਉਂਡ ਸੀ ਕਿ ਵੀ ਟ੍ਰਾਂਜੈਕਸ਼ਨਸ ਇਹਨਾਂ ਦੀਆਂ ਨਹੀਂ ਪਿਕਅਪ ਕਰ ਰਹੀਆਂ ਥਰੂ ਬੈਂਕ। ਹੁਣ ਇਸ ਕਰਕੇ ਸਿਰਫ ਲਗਾ ਦਿੱਤਾ ਜਾਏ ਚਾਰਜ ਕਿ ਵੀ ਲੋਕ ਹੁਣ ਕੈਸ਼ਲੈਸ ਟ੍ਰਾਂਜੈਕਸ਼ਨਸ ਕਰਨਾ ਚਾਹੁੰਦੇ ਨੇ। ਇਹ ਲੌਜਿਕ ਬਿਲਕੁਲ ਜਿਹੜਾ ਉਹ ਨਹੀਂ ਇੱਥੇ ਫਿੱਟ ਬੈਠਦਾ, ਬਲਕਿ ਮੈਨੂੰ ਲੱਗਦਾ ਹੈ ਕਿ ਕੈਸ਼ਲੈਸ ਇਕਨੋਮੀ ਨੂੰ ਇਨਕਰੇਜ ਅਗਰ ਕਰਨਾ ਸਹੀ ਮਾਨਿਆਂ ਦੇ ਵਿੱਚ ਤੇ RBI ਦੇ ਥਰੂ ਜਿਹੜੀਆਂ ਗਾਈਡਲਾਈਨਸ ਪ੍ਰੋਪਰਲੀ ਇਹਨਾਂ ਦੇ ਕੋਲ ਹੋਣ ਔਰ ਇੱਕ ਯੂਨੀਫਾਰਮ ਪਾਲਿਸੀ ਬਣੇ। ਬੈਂਕਸ ਨੂੰ ਅਸੀਂ ਅੱਜ ਵੀ ਇਹ ਮੰਨ ਕੇ ਚੱਲਦੇ ਆ ਕਿ ਸਾਡਾ 80% ਜਿਹੜਾ ਉਹ ਨੈਸ਼ਨਲਾਈਜ਼ਡ ਬੈਂਕਿੰਗ ਸਿਸਟਮ ਹੈ ਔਰ ਸਿਰਫ 20% ਜਿਹੜੇ ਸਾਡੇ ਬੈਂਕਸ ਨੇ ਉਹ ਪ੍ਰਾਈਵੇਟ ਦਾਇਰੇ ਦੇ ਅੰਦਰ, ਪਰ ਉਹ ਵੀ ਸ਼ਡਿਊਲਡ ਬੈਂਕਸ ਨੇ ਔਰ ਉਹਨਾਂ ਨੂੰ ਲਾਇਸੈਂਸ ਜਿਹੜਾ RBI ਦੇ ਕੋਲੋਂ ਮਿਲਦਾ ਆਪਣੇ ਬਿਜ਼ਨਸ ਕਰਨ ਦੇ ਉਹਦੇ ਅਕੋਰਡਿੰਗ ਹੀ ਕੰਮ। ਕਿਉਂ ਨਹੀਂ ਸਾਡੇ ਇੱਕ ਕਾਮਨ ਗਾਈਡਲਾਈਨ ਹੋਏ? ਇਹ ਨਹੀਂ ਹੈ ਕਿ HDFC ਨੇ ਕੁਝ ਹੋਰ ਗਾਈਡਲਾਈਨ ਦਿੱਤੀ ਹੈ, SBI ਕੁਝ ਹੋਰ ਗੱਲ ਕਰ ਰਿਹਾ। SBI ਇਜ਼ ਟ੍ਰਾਈਂਗ ਟੂ ਟੈਸਟ ਦੀ ਵਾਟਰਸ ਕਿ ਵੀ ਅਸੀਂ 50 ਰੁਪਏ ਚਾਰਜ ਕਰਾਂਗੇ। ਅਗਰ ਤੁਸੀਂ ਜ਼ੀਰੋ ਬੈਲੈਂਸ ਅਕਾਊਂਟ ਖੋਲਿਆ ਤਾਂ ਵਾਈ ਚਾਰਜ 50 ਰੁਪੀਸ। ਉਹੀ ਗੱਲ ਆਪਾਂ ਕਰ ਰਹੇ ਹਾਂ ਕਿ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਹੜੀਆਂ ਇਸ ਤਰੀਕੇ ਨਾਲ ਚੱਲਦੀਆਂ ਨੇ, ਉਹਨਾਂ ਨੇ ਵੀ ਧੱਕਾ ਲੱਗੂਗਾ, ਉਹਨਾਂ ਦਾ ਵੀ ਉਹਨਾਂ ਤੇ ਸਵਾਲੀਆ ਨਿਸ਼ਾਨ ਲੱਗਣੇ ਤੈਅ ਨੇ। ਔਰ ਬਹੁਤ ਸਾਰੇ ਜਿਹੜੀ ਗੱਲ ਫਿਰ ਮੁੜ ਕੇ ਸੁਸਾਇਟੀ ਦੀ ਉੱਠਦੀ ਹੈ ਕਿ ਜਿਹੜਾ ਗਰੀਬ ਤਬਕਾ ਹੈ ਉਹ ਕਿਵੇਂ ਇਹਨਾਂ ਚੀਜ਼ਾਂ ਨੂੰ ਟੇਕ ਅਪ ਕਰੂਗਾ। ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੱਕ ਜਿਹੜਾ ਸ਼ੰਕਾ ਉਠਾਇਆ ਜਾ ਰਿਹਾ ਹੈ ਕਿ ਦੇਸ਼ ਦਾ ਜਿਹੜਾ ਜੇ ਆਪਾਂ ਕਸਟਮਰ ਹੀ ਕਹਿ ਲਈਏ ਪੂਰੇ, ਕਿਉਂਕਿ ਪਬਲਿਕ ਦੇ ਨਾਲ ਹੁਣ ਅਸੀਂ ਕਸਟਮਰ ਜ਼ਿਆਦਾ ਹੋ ਚੁੱਕੇ ਹਾਂ, ਜੇ ਅਸੀਂ ਕਸਟਮਰ ਹੀ ਕਹਿ ਲਈਏ, ਕਸਟਮਰ ਕਿਵੇਂ ਰਿਐਕਟ ਕਰੂਗਾ? ਕੀ ਕਸਟਮਰ ਬੈਂਕਾਂ ਦੇ ਵਿੱਚ ਜਾਣਾ ਤਾਂ ਨਹੀਂ ਬੰਦ ਕਰ ਦੂਗਾ? ਜੇ ਹਾਲਾਤ ਇਹ ਹੋ ਗਏ ਤਾਂ ਫਿਰ ਬੈਂਕਾਂ ਕਿੱਦਾਂ ਚੱਲਣਗੀਆਂ? ਦੇਖੋ, ਬੈਂਕ ਦੇ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਦੇਖੀਏ ਅੱਜ ਦੇ ਹਾਲਾਤ ਜੋ ਨੇ ਉਹਦੇ ਵਿੱਚ ਸਾਡੇ ਕੋਲ ਕੋਈ ਹੋਰ ਆਲਟਰਨੇਟਿਵ ਨਹੀਂ ਹੈ ਸਵਾਈ ਬੈਂਕ ਦੇ ਕੋਲ ਜਾਣ। ਸਾਡੀਆਂ ਪੂਰੀਆਂ ਟ੍ਰਾਂਜੈਕਸ਼ਨਸ ਅਗਰ ਅੱਜ ਫਸਲ ਆਪਣੀ ਆੜਤ ਚਲੋ ਡਾਕਟਰ ਸਾਹਿਬ ਹੁਣ ਵਕਤ ਜਿਹੜਾ ਹੈ ਇਜਾਜ਼ਤ ਨਹੀਂ ਦੇ ਰਿਹਾ, ਬੈਂਕਾਂ ਤੋਂ ਸਾਡਾ ਕੋਈ ਖਲਾਸੀ ਨਹੀਂ ਹੋ ਸਕਦੀ, ਪਰ ਹਾਂ ਬੈਂਕਸ ਨੂੰ ਜਿਹੜਾ ਇੱਕ ਬਹੁਤ ਹੀ ਓਨੈਸਟ ਤਰੀਕੇ ਦੇ ਫ੍ਰੀਕੁਐਂਸੀ ਤਾਂ ਘੱਟ ਸਕਦੀ ਹੈ ਨਾ ਕਿ ਜਿੱਥੇ ਇੱਕ ਨੇ 1000 ਰੁਪਇਆ ਰੱਖਣਾ ਸੀ ਉਹ ਘੱਟ ਰੱਖੇ। ਖੈਰ ਐਨੀ ਹਾਓ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਵਿੰਦਰ। ਤੇ ਸਾਡੇ ਨਾਲ ਚੰਡੀਗੜ੍ਹ ਤੋਂ ਵੀ ਖਾਸ ਮਹਿਮਾਨ ਜੁੜੇ ਹੋਏ ਸੀ ਭਾਵਨੀਤ ਸਿੰਘ ਚੰਡੋਕ ਤੇ ਮਨਜੀਤ ਸਿੰਘ ਸਾਰੰਗ, ਡਾਇਰੈਕਟਰ ਪੰਜਾਬ ਐਂਡ ਸਿੰਧ ਬੈਂਕ।
ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸ ਪੂਰੀ ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤਾਂ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਬੈਂਕਾਂ ਪਹੁੰਚ ਤੋਂ ਬਾਹਰ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਰਿਐਕਸ਼ਨਸ ਨੇ, ਲੋਕਾਂ ਨੇ ਕਿਸ ਤਰ੍ਹਾਂ ਲਿਆ ਇਹ ਸਾਰੀਆਂ ਸਰਚਾਰਜਸ ਨੂੰ ਔਰ ਪੈਨਲਟੀਜ਼ ਨੂੰ। ਇਹਦੇ ਤੇ ਅੱਜ ਦੀ ਖਾਸ ਵਿਚਾਰ ਚਰਚਾ ਸੀ। PTC ਨਿਊਜ਼ ਤੱਕ ਖਬਰਾਂ ਜਾਰੀ ਰਹਿਣਗੀਆਂ। ਧੰਨਵਾਦ।